ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੂ ਹੀ ਹਮ ਤੋ ਪ੍ਰਸਾਦ ਸੁਖੀ ਸਦਹੀ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਭੁੱਲਹਿ ਚੁਕਹਿ ਬਾਰਕ ਤੂੰ ਹਰ ਪਿਤਾ ਮਾਇਆ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਕਰ ਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਸਭ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਸਾਹੋ। ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵੇਦ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਬਿਰਖਾ ਹੇਠ ਸਭ ਜੰਤ ਇਕੱਠੇ ਇਕ ਤੱਤੇ ਇਕ ਬੋਲਣ ਮਿੱਠੇ। ਅਸਤ ਅਦੋਤ ਭਇਆ ਉਠ ਚੱਲੇ ਜਿਉਂ ਜਿਉਂ ਔਦ ਬਿਹਾਣੀਆਂ। ਬਿਰਖਾ ਹੇਠ ਸਭ ਜੰਤ ਇਕੱਠੇ ਇਕ ਤੱਤੇ ਇਕ ਬੋਲਣ ਮਿੱਠੇ। ਅਸਤ ਅਦੋਤ ਭਇਆ ਉਠ ਚੱਲੇ ਜਿਉਂ ਜਿਉਂ ਔਦ ਬਿਹਾਣੀਆਂ। ਪਾਪ ਕਰੇਂਦੜ ਸਰ ਪਰ ਮੁੱਠੇ ਅਜਰਾਇਲ ਫੜੇ ਫੜ ਕੁੱਠੇ। ਦੋਜਕ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆਂ। ਸੰਗ ਨ ਕੋਈ ਭਈਆ ਬੇਬਾ
ਮਾਲ ਜੋਬਨ ਤਨ ਛੋੜ ਬਜੇਸਾ, ਕਰਨ ਕਰੀਮ ਨ ਜਾਤੋ ਕਰਤਾ, ਤਿਲ ਪੀੜੇ ਜਿਉ ਕਹਾਣੀਆਂ, ਖੁਸ ਖੁਸ ਲੈਂਦਾ ਵਸਤ ਪਰਾਈ, ਵੇਖੈ ਸੁਣੇ ਤੇਰੇ ਨਾਲ ਖੁਦਾਈ, ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆਂ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜਿਨ ਕੀਤਾ ਤਿਸੈ ਨ ਜਾਣੀ ਅੰਧਾ, ਤਾਂ ਦੁਖ ਸਹਿ ਪਰਾਣੀਐ, ਖਾਲਕ ਥਾਵਹੁ ਭੁੱਲਾ ਮੁੱਠਾ, ਦੁਨੀਆ ਖੇਲ ਬੁਰਾ ਰੁੱਠ ਤੁੱਠਾ, ਸਿਦਕ ਸਬੂਰੀ ਸੰਤ ਨ ਮਿਲਿਓ, ਵਤੈ ਆਪਣ ਭਾਣੀਆਂ, ਮੌਲਾ ਖੇਲ ਕਰੇ ਸਭ ਆਪੇ, ਇਕ ਕੱਢੇ ਇਕ ਲਹਿਰ ਬਿਆਪੇ, ਜਿਉ ਨਚਾਏ ਤਿਉ ਤਿਉ ਨਚਨ, ਸਿਰ ਸਿਰ ਕਿਰਤ ਵਿਹਾਣੀਆਂ, ਮਿਹਰ ਕਰੇ ਤਾਂ ਖਸਮ ਧਿਆਈ, ਸੰਤਾ ਸੰਗਤ ਨਰਕ ਨ ਪਾਈ, ਅੰਮ੍ਰਿਤ ਨਾਮ ਦਾਨ ਨਾਨਕ ਕੋ, ਗੁਣ ਗੀਤਾ ਨਿਤ ਵਖਾਣੀਆਂ, ਮਿਹਰ ਕਰੇ ਤਾਂ ਖਸਮ ਧਿਆਈ, ਸੰਤਾ ਸੰਗਤ ਨਰਕ ਨ ਪਾਈ, ਅੰਮ੍ਰਿਤ ਨਾਮ ਦਾਨ ਨਾਨਕ ਕੋ, ਗੁਣ ਗੀਤਾ ਨਿਤ ਵਖਾਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਹਫ਼ਤਾਵਾਰੀ ਵਾਹਿਗੁਰੂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸਰਵਣ ਕਰਦੀਆਂ ਆ ਰਹੀਆਂ ਹਨ। ਜੋ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ,
ਕੱਲ੍ਹ ਵਾਲੀ ਵਿਚਾਰ ਦੇ ਵਿੱਚ ਪਹਿਲੇ 4 ਪਦਿਆਂ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਸੀ, ਜਿਹਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਉਪਦੇਸ਼ ਬਖਸ਼ਿਆ ਕਿ ਸੰਸਾਰ ਇੱਕ ਬਿਰਖ ਦੀ ਨਿਆਈ ਹੈ। ਆਕਾਸ਼ ਰੂਪੀ ਬਿਰਖ ਥੱਲੇ ਜਿੰਨੇ ਵੀ ਸੰਸਾਰ ਦੇ ਜੀਵ ਜੰਤੂ ਨੇ ਇਕੱਠੇ ਹੋਏ ਬੈਠੇ ਨੇ, ਚਾਹੇ ਉਹ ਮਨੁੱਖ ਹੈ, ਚਾਹੇ ਉਹ ਪਸ਼ੂ ਹੈ, ਪੰਛੀ ਹੈ, ਕੀੜਾ ਮਕੌੜਾ ਇਤਿਆਦਿਕ ਹੈ। ਤੇ ਜਿਵੇਂ ਦਰੱਖਤ ਥੱਲੇ ਆ ਕੇ ਪੰਛੀ ਬੈਠਦੇ ਨੇ, ਇਸ ਤਰ੍ਹਾਂ ਜੀਵ ਰੂਪੀ ਪੰਛੀ ਸਾਰੇ ਸੰਸਾਰ ਆਕਾਸ਼ ਰੂਪੀ ਜਿਹੜਾ ਦਰੱਖਤ ਹੈ ਉਹਦੇ ਥੱਲੇ ਬੈਠੇ ਹੋਏ ਹਨ। ਤੇ ਇੱਕ ਜੀਵ ਰੂਪੀ ਪੰਛੀ ਦਾ ਸੁਭਾਅ ਹੈ, ਇੱਕ ਤੱਤੇ, ਇੱਕ ਬੋਲਣ ਮਿੱਠੇ, ਇੱਕ ਖੜਵੇ ਬੋਲ ਬੋਲਣ ਵਾਲੇ ਹਨ, ਕੌੜੇ ਬੋਲ ਬੋਲਣ ਵਾਲੇ ਹਨ। ਇੱਕ ਐਸੇ ਨੇ ਜਿਹੜੇ ਆਪਣੇ ਮੁੱਖੋਂ ਮਿੱਠੇ ਮਿੱਠੇ ਬੋਲ ਬੋਲਦੇ ਨੇ, ਜਿਨ੍ਹਾਂ ਦੀ ਬੋਲੀ ਸ਼ੈਲੀ ਵਿੱਚ ਬੜਾ ਫਰਕ ਹੈ। ਉਹ ਬੜੇ ਪਿਆਰ ਦੇ ਨਾਲ ਬੋਲਦੇ ਹਨ, ਉਹਨਾਂ ਦੇ ਬੋਲਾਂ ਦੇ ਨਾਲ ਦੂਜੇ ਦਾ ਮਨ ਮੋਹਿਆ ਜਾਂਦਾ, ਸੁਣਨ ਵਾਲਿਆਂ ਦਾ ਮਨ ਮੋਹਿਆ ਜਾਂਦਾ ਹੈ। ਇਸ ਤਰ੍ਹਾਂ ਇਹ ਜੀਵ ਦੇ ਜੀਵਨ ਦਾ ਨਿਰਵਾਹ ਹੋ ਰਿਹਾ ਸੰਸਾਰ ਵਿੱਚ। ਸਤਿਗੁਰੂ ਕਹਿੰਦੇ ਨੇ ਜਦੋਂ ਸਮਾਂ ਆਉਂਦਾ ਹੈ, ਕਹਿੰਦੇ ਜਿਹੜਾ ਅਜਰਾਇਲ ਹੈ, ਮੌਤ ਦਾ ਫਰਿਸ਼ਤਾ, ਉਹ ਫਿਰ ਜੀਵਾਂ ਨੂੰ ਸਿਰ ਦੀ ਚੋਟੀ ਤੋਂ ਆ ਕੇ ਫੜ ਲੈਂਦਾ, ਅਨੇਕਾਂ ਪ੍ਰਕਾਰ ਦੀ ਉਹਨੂੰ ਤਾੜਨਾ ਕਰਦਾ ਹੈ, ਸਜ਼ਾਵਾਂ ਮਿਲਦੀਆਂ ਹਨ। ਫਿਰ ਉਸ ਜੀਵ ਨੂੰ ਦੋਜ਼ਖਾਂ ਵਿੱਚ ਪਾਇਆ ਜਾਂਦਾ, ਜਿਹੜੇ ਨਾਮ ਤੋਂ ਹੀਣੇ ਨੇ, ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ ਹੈ। ਐਵੇਂ ਹੀ ਆਪਣਾ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਵਿਸਾਰ ਦਿੱਤਾ, ਭੁਲਾ ਦਿੱਤਾ। ਤੇ ਸਤਿਗੁਰੂ ਕਹਿੰਦੇ ਫਿਰ ਇਹੋ ਜਿਹੇ ਜੀਵ ਦਾ ਨਰਕਾਂ ਵਿੱਚ ਪਾਏ ਜਾਂਦੇ। ਸਿਰਜਣਹਾਰ ਜਿਹੜਾ ਪਰਮੇਸ਼ਰ ਹੈ ਉਹ ਨਰਕਾਂ ਵਿੱਚ ਪਾਉਂਦਾ, ਤੇ ਜੀਵ ਪਾਸੋਂ ਫਿਰ ਲੇਖਾ ਮੰਗੈ ਬਾਣੀਆਂ, ਜਿਹੜੇ ਜੀਵ ਦੇ ਕੀਤੇ ਹੋਏ ਹਿਸਾਬ ਕਿਤਾਬ ਨੇ, ਜੋ ਇਹਨੇ ਕਰਮ ਕੀਤੇ ਨੇ, ਕਿਸ ਤਰ੍ਹਾਂ ਸਵਾਸਾਂ ਰੂਪੀ ਪੂੰਜੀ ਨੂੰ ਵਰਤਣਾ ਕੀਤਾ, ਕਿੱਥੇ ਕਿੱਥੇ ਇਹ ਸਵਾਸਾਂ ਰੂਪੀ ਪੂੰਜੀ ਲਾਈ ਹੈ, ਕਿੰਨੀ ਵਿਸ਼ੇ ਵਿਕਾਰਾਂ ਵਿੱਚ ਲਾਈ ਹੈ, ਕਿੰਨਾ ਕਿਸੇ ਦਾ ਮਾੜਾ ਕਰਨ ਹਿੱਤ ਲਾਈ ਹੈ। ਇਸ ਤਰ੍ਹਾਂ ਦੀ ਗੁਰੂ ਸਵਾਰਿਓ ਇਹ ਫਿਰ ਪਰਮਾਤਮਾ ਸਾਰੀ ਵਿਚਾਰ ਕਰਦਾ। ਇਹ ਜੀਵ ਨੂੰ ਦੱਸਿਆ ਜਾਂਦਾ ਕਿ ਜੀਵ ਤੈ ਇੰਨਾ ਸਮਾਂ ਤੈ ਜਿਹੜਾ ਆਪਣੀ ਸਵਾਸਾਂ ਰੂਪੀ ਪੂੰਜੀ ਚੁਗਲੀ ਨਿੰਦਿਆ ਵਿੱਚ ਲਾ ਦਿੱਤੀ, ਇੰਨਾ ਸਮਾਂ ਤੈ ਸਵਾਸਾਂ ਰੂਪੀ ਪੂੰਜੀ ਵਿਸ਼ੇ ਵਿਕਾਰਾਂ ਵਿੱਚ ਲਾ ਦਿੱਤੀ, ਇੰਨਾ ਸਮਾਂ ਤੈ ਸਵਾਸਾਂ ਰੂਪੀ ਪੂੰਜੀ ਜਿਹੜੀ ਹੈ ਤਾਂ ਇਸੇ ਪ੍ਰਕਾਰ ਤੈਂ ਜੀਵ ਦੇ ਚਸਕਿਆਂ ਵਿੱਚ ਲਾ ਦਿੱਤੀ। ਇਸ ਤਰ੍ਹਾਂ ਫਿਰ ਜਦੋਂ ਉੱਥੇ ਸਾਰਾ ਤੇਰਾ ਜੋ ਕੀਤਾ ਹੋਇਆ ਕਰਮ ਹੈ, ਤੇਰਾ ਸਾਰਾ ਲੇਖਾ ਮੰਗਿਆ ਜਾਂਦਾ, ਅਤੇ ਕੀਤੇ ਹੋਏ ਕਰਮਾਂ ਅਨੁਸਾਰ ਫਿਰ ਤੈਨੂੰ ਮਾਲਕ ਦੇ ਦਰ ਤੋਂ ਸਜ਼ਾ ਮਿਲਦੀ ਹੈ। ਉਸ ਮਾਲਕ ਦੀ ਦਰਗਾਹ ਦੇ ਵਿੱਚ, ਇਸ ਲੋਕ ਦੇ ਵਿੱਚ ਤਾਂ ਤੇਰੇ ਭੈਣ ਹੋਣਗੇ, ਭਰਾ ਹੋਣਗੇ, ਮਿੱਤਰ ਸੱਜਣ ਹੋਣਗੇ, ਪਰ ਉਸ ਮਾਲਕ ਦੀ ਦਰਗਾਹ ਵਿੱਚ ਕੋਈ ਤੇਰਾ ਸੰਗੀ ਸਾਥੀ ਨਹੀਂ ਹੋਵੇਗਾ। ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਕਹਿੰਦੇ ਉੱਥੇ ਸਾਰੇ ਸਾਥ ਛੱਡ ਜਾਂਦੇ ਨੇ, ਉੱਥੇ ਕੋਈ ਤੇਰਾ ਸੰਗੀ ਸਾਥੀ, ਨਾ ਤੇਰਾ ਭਰਾ ਹੋਵੇਗਾ, ਨਾ ਤੇਰਾ ਕੋਈ ਸੱਜਣ ਮਿੱਤਰ ਹੋਵੇਗਾ। ਜਿਹੜਾ ਤੇਰਾ ਧਨ ਸੰਪਤਾ ਤੂੰ ਸੰਸਾਰ ਵਿੱਚ ਇਕੱਤਰ ਕੀਤੀ ਸੀ, ਠੱਗੀਆਂ ਚੋਰੀਆਂ ਕਰਕੇ 2 ਨੰਬਰ ਦੀ ਮਾਇਆ ਇਕੱਤਰ ਕੀਤੀ ਸੀ, ਇਸ ਆਪਣੇ ਸਾਰੇ ਮਾਲ ਨੂੰ, ਆਪਣੇ ਜੋਬਨ ਨੂੰ, ਆਪਣੇ ਧਨ ਨੂੰ ਇੱਥੇ ਹੀ ਛੱਡ ਕੇ ਜੀਵਤ ਚਲਿਆ ਜਾਣਾ। ਜਿਹੜਾ ਸਭ ਕੁਝ ਕਰਨ ਵਾਲਾ, ਜਿਹਦੇ ਹੱਥ ਸਮਰੱਥ ਹੈ, ਸਰਵ ਸ਼ਕਤੀਮਾਨ ਹੈ, ਜੋ ਮੁੱਢ ਕਦੀਮਾਂ ਤੋਂ ਕਰਦਾ ਆ ਰਿਹਾ, ਸਭ ਕੁਝ ਕਰਦਾ ਹੈ, ਆਪ ਕਰਤਾ ਆਪ ਭੁਗਤਾ। ਉਸ ਵਾਹਿਗੁਰੂ ਨੂੰ ਕਹਿੰਦੇ ਜਾਣਨਾ ਨਹੀਂ ਕੀਤਾ ਤੈਂ, ਉਸ ਨੂੰ ਚੇਤੇ ਨਹੀਂ ਕੀਤਾ, ਸਿਮਰਨ ਨਹੀਂ ਕੀਤਾ। ਜਿਹੜੇ ਤੈਂ ਪਾਪ ਕੀਤੇ ਹੋਏ ਨੇ ਨਾ, ਤੇਰੇ ਪਾਪਾਂ ਦੇ ਅਨੁਸਾਰ ਸਜ਼ਾ ਮਿਲਣੀ ਹੈ। ਧਰਮਰਾਜ ਦੀ ਕਚਹਿਰੀ ਦੇ ਵਿੱਚ ਵਾਹਿਗੁਰੂ ਪਾਸੋਂ ਤੈਨੂੰ ਇਹੋ ਜਿਹੀ ਸਜ਼ਾ ਮਿਲਣੀ, ਜਿਵੇਂ ਕੋਲੂ ਵਿੱਚ ਤਿਲ ਪੀੜੇ ਜਾਂਦੇ ਨੇ ਨਾ,
ਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਕਹਿੰਦੇ ਤੇਰੀ ਵੀ ਕੀਤੇ ਕਰਮਾਂ ਦਾ ਹਿਸਾਬ, ਤੇਰੀ ਹਾਲਤ ਵੀ ਇਹੋ ਜਿਹੀ ਹੋਣੀ ਹੈ। ਜਦੋਂ ਕਿਸੇ ਦੀ ਪਰਾਈ ਵਸਤੂ ਨੂੰ ਚੋਰੀ ਕਰਦਾ ਹੈ, ਬੜਾ ਖੁਸ਼ ਹੋ ਕੇ ਖੋ ਕੇ ਲੈਂਦਾ, ਖੁਸ਼ ਹੋ ਕੇ ਲੈਂਦਾ, ਪਰਾਈ ਵਸਤੂ ਨੂੰ ਸਾਂਭ ਕੇ ਰੱਖਦਾ। ਪਰ ਸੱਚ ਜਾਣੀ, ਜੋ ਤੂੰ ਮਾੜੇ ਕਰਮ ਕਰ ਰਿਹਾ ਹੈ, ਜਿਹੜਾ ਖੁਦਾ ਨਾ, ਖੁਦਾ ਵਾਹਿਗੁਰੂ, ਉਹ ਹਰ ਸਮੇਂ ਤੇਰੇ ਕੋਲ ਹੈ, ਤੈਨੂੰ ਦੇਖ ਰਿਹਾ, ਤੈਨੂੰ ਸੁਣ ਰਿਹਾ ਹੈ। ਤੈਨੂੰ ਇਹ ਭੁਲੇਖਾ ਹੈ ਕਿ ਮੈਨੂੰ ਕੋਈ ਦੇਖਦਾ ਨਹੀਂ ਹੈ, ਪਰ ਦੁਨੀਆ ਦੇ ਲੋਕ ਬੇਸ਼ੱਕ ਨਾ ਦੇਖਣ, ਪਰ ਪਰਿਪੂਰਨ ਪਰਮਾਤਮਾ ਵਾਹਿਗੁਰੂ ਹਰ ਸਮੇਂ ਤੈਨੂੰ ਦੇਖ ਰਿਹਾ ਹੈ। ਇਸ ਕਰਕੇ ਸੰਸਾਰ ਜਿਹੜਾ ਹੈ, ਦੁਨੀਆ ਦੇ ਲੋਕ ਜਿਹੜੇ ਨੇ, ਇਹ ਗੁਰੂ ਸਵਰੇ ਲੱਭ ਜੀਵ ਦੇ ਚਸਕਿਆਂ ਦੇ ਵਿੱਚ ਪਏ ਹੋਏ ਹਨ। ਧਰਤੀ ਦੇ ਉੱਤੇ ਰਹਿਣ ਵਾਲੇ ਜਿੰਨੇ ਜੀਵ ਨੇ, ਸਾਰੇ ਲੋਭ ਲਾਲਸਾ ਵਿੱਚ, ਜੀਵ ਦੇ ਚਸਕਿਆਂ ਵਿੱਚ ਫਸੇ ਹੋਏ ਨੇ। ਅਗਲੀ ਗੱਲ ਨਾ ਜਾਣੀ, ਉਸ ਲੋਕ ਦੀ ਗੱਲਬਾਤ ਇਹਨੂੰ ਬਿਲਕੁਲ ਵੀ ਗਿਆਨ ਨਹੀਂ ਅੱਗੇ ਕੀ ਹੋਣਾ ਹੈ, ਕਿਉਂਕਿ ਰਸਨਾ ਪਰਮਾਤਮਾ ਨੇ ਦੇਣਾ ਕੀਤੀ ਹੈ ਨਾਮ ਜਪਣ ਦੇ ਲਈ, ਬਾਣੀ ਪੜ੍ਹਨ ਦੇ ਲਈ, ਉਸ ਵਾਹਿਗੁਰੂ ਦੀ ਉਸਤਤ ਕਰਨ ਦੇ ਲਈ। ਇੱਥੋਂ ਤੱਕ ਗੁਰੂ ਸਵਾਰੇ ਆਪ ਜੀ ਨੇ ਕੱਲ੍ਹ ਵਾਲੇ ਦੀਵਾਨਾਂ ਵਿੱਚ ਵਿਚਾਰ ਸਰਵਣ ਕੀਤੀ ਸੀ। ਤੋਂ ਸਤਿਗੁਰੂ ਮਹਾਰਾਜ ਜੀ ਅਗਲੇ ਪਦੇ ਵਿੱਚ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਦੇ ਦੁਆਰਾ 1020 ਅੰਕ 'ਤੇ ਸਾਡੇ ਉੱਤੇ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਦੱਸਦੇ ਨੇ ਕਿ ਜੀਵ ਜੋ ਆਪ ਜੀ ਨੇ ਪਿੱਛੇ ਸ਼ਰਵਣ ਕੀਤਾ ਹੈ ਕਿ ਜੀਵ ਦੇ ਚਸਕੀਆਂ ਕਰਕੇ, ਚੋਰੀਆਂ ਠੱਗੀਆਂ ਕਰਨ ਕਰਕੇ ਜੀਵ ਫਿਰ ਬਾਰ-ਬਾਰ ਜੰਮਦਾ, ਫਿਰ ਮਰਦਾ, ਫਿਰ ਜੰਮਦਾ, ਫਿਰ ਮਰਦਾ। ਇਸ ਤਰ੍ਹਾਂ ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਕਿਉਂਕਿ ਇਹ ਨਹੀਂ ਕਿ ਹਰ ਸਮੇਂ ਜੇ ਅੱਜ ਮਨੁੱਖਾ ਜਨਮ ਮਿਲਿਆ ਏ ਅਤੇ ਅੱਗੇ ਵੀ ਸਾਨੂੰ ਮਨੁੱਖਾ ਜਨਮ ਮਿਲ ਜਾਵੇ, ਨਹੀਂ। ਮਨੁੱਖਾ ਜਨਮ ਤਾਂ 84 ਦੇ ਭ੍ਰਮਣ ਕਰਨ ਤੋਂ ਬਾਅਦ ਮਿਲਦਾ ਏ। 84 ਲੱਖ ਜੂਨਾਂ ਭੁਗਤ ਕੇ ਫਿਰ ਗੁਰੂ ਸਵਾਰਿਓ ਮਨੁੱਖਾ ਜਨਮ ਦੀ ਵਾਰੀ ਆਉਂਦੀ ਹੈ। ਹੁਣ ਮਨੁੱਖਾ ਜਨਮ ਪ੍ਰਾਪਤ ਕੀਤਾ, ਐਵੇਂ ਉਜਾਈ ਗਵਾ ਦਿੱਤਾ। ਕਦੇ ਕਦੇ ਪਸ਼ੂ ਬਣ ਗਿਆ, ਕਦੇ ਦਰਖਤ ਬਣ ਗਿਆ, ਕਦੇ ਕੁਝ ਬਣ ਗਿਆ, ਕਦੇ ਪਹਾੜ ਬਣ ਗਿਆ। ਇਹ ਸਾਰੀਆਂ ਜੂਨਾਂ ਨੇ। ਕਦੇ ਪੱਥਰ ਦੀ ਜੂਨ ਵਿੱਚ ਪੈ ਗਿਆ। ਆਪਾਂ ਦੇਖਦੇ ਇੱਕ ਪੱਥਰ ਕਈ ਸਾਲ ਪਿਆ ਹੁੰਦਾ ਹੈ, ਵੱਡਾ ਪੱਥਰ। ਵੱਡੇ ਵੱਡੇ ਪਹਾੜ ਸਾਡੇ ਬਜ਼ੁਰਗ ਚਲੇ ਜਾਂਦੇ ਨੇ ਅਤੇ ਪੀੜ੍ਹੀ ਦਰ ਪੀੜ੍ਹੀਆਂ ਚਲੀਆਂ, ਉਹ ਪਹਾੜ ਇਸ ਤਰ੍ਹਾਂ ਰਹਿੰਦੇ ਨੇ। ਇਹ ਵੀ ਇੱਕ ਜੂਨ ਹੈ। ਅਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਬਾਰ-ਬਾਰ ਜੰਮਦਾ ਅਤੇ ਬਾਰ-ਬਾਰ ਮਰਦਾ, ਇਹ ਲਗਾਤਾਰ ਸਿਲਸਿਲਾ ਜਾਰੀ ਹੈ ਅਤੇ ਬੜੀਆਂ ਸਜ਼ਾਵਾਂ ਮਿਲਦੀਆਂ ਹਨ। ਲੰਮੇ ਦੇਸ਼ ਪੈ ਜਾਂਦਾ, ਭਾਵ ਲੰਮੇ ਪੈਂਡੇ ਵਿੱਚ ਪੈ ਜਾਂਦਾ ਹੈ। ਕਦੇ ਕਿਹੜੀ ਥਾਂ 'ਤੇ, ਕਦੇ ਕਿਹੜੀ ਥਾਂ 'ਤੇ ਜਨਮ ਲਿਆ। ਇਸ ਤਰ੍ਹਾਂ ਬਾਰ-ਬਾਰ ਦੀ ਜਿਹੜੀ ਰੂਹ ਹੈ ਜੀਵ ਦੀ ਭਟਕਦੀ ਰਹਿੰਦੀ ਹੈ। ਹੁਣ ਸਤਿਗੁਰੂ ਦਾ ਇੱਥੋਂ ਤੱਕ ਬਚਨ ਕਰ ਦਿੱਤੇ ਨੇ, ਮਰਨਾ ਹਰ ਇੱਕ ਨੇ, ਕੋਈ ਸੰਸਾਰ ਵਿੱਚ ਜਿਉਂਦਾ ਨਹੀਂ ਰਹਿ ਸਕਦਾ। ਪਰ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਉਸ ਵਾਹਿਗੁਰੂ ਨੂੰ ਚੇਤੇ ਕੀਤਾ, ਪਰਮੇਸ਼ਰ ਦੀ ਯਾਦ ਆਪਣੇ ਮਨ ਵਿੱਚ ਵਸਾਣਾ ਕੀਤੀ ਹੈ, ਉਹ ਗੁਰੂ ਸਵਾਰਿਓ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਮੁਕਤ ਹੋ ਜਾਂਦੇ ਨੇ।
ਲੋਭ ਲਾਲਸਾ ਵਿੱਚ ਖਚਤ ਹੋਏ ਮਨੁੱਖਾਂ ਦੇ ਬਾਬਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ। ਪੁੱਛੋ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ। ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਫਰਮਾਨ ਹੈ ਸ਼੍ਰੀ ਰਾਗ ਦੇ ਵਿੱਚ। ਸਤਿਗੁਰੂ ਕਹਿੰਦੇ ਨੇ, ਮਰਨਾ ਮੁੱਲਾ ਮਰਨਾ, ਭੀ ਕਰਤਾਰਹੁ ਡਰਨਾ। ਤਾਂ ਤੂੰ ਮੁੱਲਾ ਤਾਂ ਤੂੰ ਕਾਜੀ, ਜਾਣਹਿ ਨਾਮ ਖੁਦਾਈ। ਜੇਬਹੁ ਤੇਰਾ ਭਰਿਆ ਹੋਵੈ, ਕੋ ਰਹਿ ਨ ਭਰਿਆ ਭਾਈ। ਇੱਕ ਮੌਲਾਨੇ ਨਾਲ ਸਤਿਗੁਰ ਦੀ ਵਿਚਾਰ ਚਰਚਾ ਹੋ ਰਹੀ ਹੈ। ਮੌਲਾਨੇ ਨੂੰ ਆਪਣੀ ਸ਼ਰ੍ਹਾ ਦਾ ਬੜਾ ਮਾਣ, ਆਪਣੀ ਵਿਦਿਆ ਦਾ ਮਾਣ, ਹੰਕਾਰ ਵਿੱਚ ਅਫਰਿਆ ਹੋਇਆ, ਦਇਆ ਬਿਲਕੁਲ ਖਤਮ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੇਖਿਆ ਤੇ ਸਤਿਗੁਰੂ ਕਹਿਣ ਲੱਗੇ, ਐ ਮੁੱਲਾ ਤੈਨੂੰ ਮੌਤ ਚੇਤੇ ਨਹੀਂ ਹੈ? ਤੈਨੂੰ ਪਤਾ ਨਹੀਂ ਹੈ ਤਾਂ ਇੱਕ ਦਿਨ ਸੰਸਾਰ ਤੋਂ ਜਾਣਾ ਹੈ। ਪਾਤਸ਼ਾਹ ਕਹਿੰਦੇ, ਮਰਨਾ ਮੁੱਲਾ ਮਰਨਾ। ਇਹ ਮੁੱਲਾ ਧਿਆਨ ਨਾਲ ਸੁਣ, ਮਰਨਾ ਚੇਤੇ ਰੱਖ। ਤੇ ਮੁੱਲਾ ਕਹਿਣ ਲੱਗਿਆ, ਮੈਨੂੰ ਚੇਤੇ ਹੈ ਜੀ, ਮੈਂ ਤਾਂ ਮਰਨਾ ਮੈਨੂੰ ਪਤਾ। ਹਰ ਇੱਕ ਨੇ ਜਾਣਾ, ਜਿਹੜਾ ਜਨਮ ਲੈ ਕੇ ਆ ਉਹਨੇ ਖਤਮ ਹੋਣਾ ਇੱਕ ਦਿਨ। ਸਤਿਗੁਰੂ ਕਹਿੰਦੇ, ਜੇ ਤੈਨੂੰ ਇਸ ਗੱਲ ਦਾ ਗਿਆਨ ਹੈ ਕਿ ਮੈਂ ਸੰਸਾਰ ਨੂੰ ਛੱਡ ਕੇ ਜਾਣਾ ਹੈ, ਫਿਰ ਕਹਿੰਦੇ ਭੀ ਕਰਤਾਰੋ ਡਰਨਾ। ਫਿਰ ਭਾਈ ਤੂੰ ਕਰਤਾਰ ਤੋਂ ਕਿਉਂ ਨਹੀਂ ਡਰਦਾ? ਉਸ ਵਾਹਿਗੁਰੂ ਤੋਂ ਡਰਨਾ ਕਰ, ਉਸ ਮਾਲਕ ਦਾ ਭੈ ਆਪਣੇ ਮਨ ਵਿੱਚ ਰੱਖਣਾ ਕਰ। ਕਹਿਣ ਲੱਗੇ, ਫਿਰ ਤੁਹਾਡੀ ਨਿਗਾਹ ਵਿੱਚ ਮੁੱਲਾ ਕੌਣ ਹੈ, ਕਾਜੀ ਕੌਣ ਹੈ? ਸਤਿਗੁਰੂ ਕਹਿਣ ਲੱਗੇ, ਮਰਨਾ ਮੁੱਲਾ ਮਰਨਾ, ਭੀ ਕਰਤਾਰਹੁ ਡਰਨਾ। ਤਾਂ ਤੂੰ ਮੁੱਲਾ ਤਾਂ ਤੂੰ ਕਾਜੀ, ਜਾਣਹਿ ਨਾਮ ਖੁਦਾਈ। ਜਦੋਂ ਖੁਦਾ ਦੇ ਨਾਮ ਨੂੰ ਜਾਣਦਾ, ਉਸ ਵਾਹਿਗੁਰੂ ਦੇ ਨਾਮ ਵਿੱਚ ਅਭੇਦ ਹੈ, ਉਸ ਅੱਲਾਹ ਤਾਲਾ ਨੂੰ ਯਾਦ ਕਰਦਾ ਹੈ, ਕਹਿੰਦੇ ਫਿਰ ਸੱਚ ਜਾਣੀ, ਫਿਰ ਤੂੰ ਅਸਲੀ ਮੁੱਲਾ ਹੈ, ਤੂੰ ਅਸਲੀ ਫਿਰ ਕਾਜੀ ਹੈ। ਜੇ ਤੂੰ ਇਸ ਤਰ੍ਹਾਂ ਲੋਕਾਂ ਨੂੰ ਪਖੰਡਿਤ ਖਾਣੇ ਤੇ ਸਾਰੇ ਕਰਮ ਕਾਂਡ ਕਰਦਾ, ਕਹਿੰਦੇ ਫਿਰ ਇਸ ਤਰ੍ਹਾਂ ਤੈਨੂੰ ਖੁਦਾ ਦਾ ਜਿਹੜਾ ਮਾਣ ਖੁਦਾ ਪਾਸੋਂ ਤੈਨੂੰ ਪਿਆਰ ਪ੍ਰਾਪਤ ਨਹੀਂ ਹੋਣਾ ਹੈ। ਫਿਰ ਤੂੰ ਝੂਠਾ ਕਾਜੀ ਹੈ, ਝੂਠਾ ਤੂੰ ਮੁੱਲਾ ਹੈ। ਤੇ ਗੁਰੂ ਸਵਾਰੇ ਇਸ ਤਰ੍ਹਾਂ ਫਿਰ ਜਦੋਂ ਮਨੁੱਖ ਦੇ ਮਨ 'ਚ ਹੰਕਾਰ ਆਉਂਦਾ, ਆਪਣੀ ਸ਼ਰ੍ਹਾ ਦਾ ਹੰਕਾਰ ਆ ਜਾਣਾ, ਆਪਣੀ ਵਿਦਿਆ ਦਾ ਮਾਣ ਆ ਜਾਣਾ, ਆਪਣੀ ਧਨ ਸੰਪਦਾ ਦਾ ਮਾਣ ਆ ਜਾਣਾ, ਆਪਣੀ ਜੋਬਨ ਜਵਾਨੀ ਦਾ ਮਾਣ ਆ ਜਾਣਾ, ਆਪਣੇ ਪਰਿਵਾਰ ਦਾ ਮਾਣ ਆ ਜਾਣਾ, ਤੇ ਹਰ ਸਮੇਂ ਮਨੁੱਖ ਹੰਕਾਰ ਵਿੱਚ ਅਪਰਿਆ ਫਿਰਦਾ। ਕਹਿੰਦੇ ਜਿਸ ਕਰਕੇ ਫਿਰ ਜਿਉਂ-ਜਿਉਂ ਹੰਕਾਰ ਦਾ ਵਾਧਾ ਹੁੰਦਾ, ਤਿਉਂ-ਤਿਉਂ ਮਨੁੱਖ ਦੀ ਜਿਹੜੀ ਵਿੱਥ ਹੈ ਨਾ, ਉਹ ਪਰਮਾਤਮਾ ਨਾਲ, ਗੁਰੂ ਸਾਹਿਬਾਨ ਨਾਲੋਂ ਉਹ ਦੂਰ ਹੁੰਦੀ ਜਾਂਦੀ ਹੈ, ਹੋਰ ਵੱਧਦੀ ਜਾਂਦੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ, ਫਿਰ ਜਦੋਂ ਮਰ ਜੰਮੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਬੜੀਆਂ ਸਜ਼ਾਵਾਂ ਮਿਲਦੀਆਂ ਨੇ ਕਹਿੰਦੇ ਵਾਰ-ਵਾਰ, ਟੇਢੀਆਂ ਮੇਢੀਆਂ ਜੂਨਾਂ ਵਿੱਚ ਭਟਕਣ ਦੇ ਨਾਲ। ਕਹਿੰਦੇ ਫਿਰ ਲੰਮੀਆਂ ਸਜ਼ਾਵਾਂ ਮਿਲਦੀਆਂ ਨੇ। ਕਿਉਂਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਰਾਮ ਰਾਏ ਜੀ ਜੋ 7ਵੇਂ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸਨ, ਜਿਨ੍ਹਾਂ ਨੇ ਇੱਕ ਗਲਤੀ ਕੀਤੀ, ਆਪਣੀ ਕਲਾ ਦਿਖਾਈ ਤੇ ਕਲਾ ਦਿਖਾ ਕੇ ਤੇ ਗੁਰੂ ਸਾਹਿਬ ਬਾਦਸ਼ਾਹ ਔਰੰਗਜ਼ੇਬ ਨੂੰ ਪ੍ਰਭਾਵਿਤ ਕੀਤਾ। ਅਖੀਰ ਤੇ ਜਦੋਂ ਆਖਿਆ ਨਾ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਚਲਦੀ ਕਰੇ ਪੁਕਾਰ। ਤੇ ਗੁਰੂ ਸਾਹਿਬਾਨ ਨੂੰ ਪਤਾ ਰੱਖੇ ਲੱਗਿਆ ਤੇ ਇਹਨੇ ਮਿੱਟੀ ਮੁਸਲਮਾਨ ਦੀ ਥਾਂ ਤੇ ਬੇਈਮਾਨ ਆਖ ਦਿੱਤਾ। ਸਤਿਗੁਰੂ ਨੇ ਇਹਨੂੰ ਪੰਥ ਵਿੱਚ ਛੇਕ ਦਿੱਤਾ ਕਿ ਰਾਮ ਰਾਜ ਦੇ ਕੋਈ ਮੱਥੇ ਨਾ ਲੱਗੇ, ਜਿੱਧਰ ਨੂੰ ਦਾ ਮੁੱਖ ਉੱਧਰਲੇ ਪਾਸੇ ਚਲਿਆ ਜਾਵੇ। ਇਤਿਹਾਸ ਦੱਸਦਾ ਕਿ ਰਾਮ ਰਾਏ ਨੇ ਫਿਰ ਦੇਹਰਾਦੂਨ ਜਾ ਕੇ ਆਪਣਾ ਡੇਰਾ ਲਾਉਣਾ ਕੀਤਾ ਸੀ। ਦੇਹਰਾਦੂਨ ਦੀ ਧਰਤੀ 'ਤੇ ਮਸੰਦੇ ਦੇ ਮਨ ਮਰਜ਼ੀ ਕਰਨ ਲੱਗ ਪਏ। ਮਸੰਦ ਮਨ ਮਰਜ਼ੀ ਕਰਦੇ ਨੇ, ਤੇ ਰਾਮ ਰਾਏ ਨੇ ਆਪਣੇ ਕਿਸੇ ਸੇਵਕ ਦਾ ਕਾਰਜ ਅੜਿਆ ਹੋਇਆ ਸੀ, ਕਾਰਜ ਸਵਾਰਨ ਲਈ ਉਹ ਗਿਆ ਆਪਣੇ ਸਰੀਰ ਨੂੰ ਛੱਡ ਕੇ, ਜਿਹੜੀ ਰੂਹ ਹੈ ਰੂਹ ਕੱਢ ਕੇ ਉਹ ਕਾਰਜ ਸਵਾਰਨ ਲਈ ਗਿਆ।
ਤੇ ਪਿੱਛੋਂ ਇਹਦੇ ਜਿਹੜੇ ਚੇਲੇ ਪਾਲ ਕੇ ਸੀ ਨਾ, ਇਹਦੇ ਮਸੰਦ ਸੀ, ਮਸੰਦਾਂ ਨੇ ਉਸ ਸਰੀਰ ਨੂੰ ਚੁੱਕ ਕੇ ਸਾੜ ਦਿੱਤਾ। ਬੀਬੀ ਪੰਜਾਬ ਕੌਰ ਜੋ ਰਾਮ ਰਾਏ ਦੀ ਘਰ ਵਾਲੀ ਸੀ, ਉਹਨੇ ਬੜਾ ਰੌਲਾ ਪਾਇਆ, ਬੜਾ ਆਖਣਾ ਕੀਤਾ ਕਿ ਮੇਰੇ ਪਤੀ ਨੇ ਵਾਪਸ ਆ ਜਾਣਾ, ਕਿਸੇ ਸੇਵਕ ਦਾ ਕਾਰਜ ਸਵਾਰਨ ਲਈ ਕਿਹਾ ਏ, ਤੁਸੀਂ ਇੰਝ ਨਾ ਕਰੋ। ਪਰ ਮਸੰਦ ਕਿੱਥੇ ਇੱਕ ਇਸਤਰੀ ਦੀ ਮੰਨਦੇ ਸੀ ਨੇ। ਮਸੰਦਾਂ ਨੇ ਚੁੱਕ ਕੇ ਸੰਸਕਾਰ ਕਰ ਦਿੱਤਾ। ਜੋ ਸੰਸਕਾਰ ਕੀਤਾ ਤੇ ਰਾਮ ਰਾਏ ਵਾਪਸ ਆਇਆ, ਦੇਖਿਆ ਕਿ ਸਰੀਰ ਮੇਰਾ ਹੈ ਹੀ ਨਹੀਂ। ਹੁਣ ਸਰੀਰ ਹੈ ਨਹੀਂ ਸੀ, ਸਵਾਸ ਬਾਕੀ ਸੀ। ਕਿਉਂਕਿ ਸਰੀਰ ਹੈ ਨਹੀਂ ਸੀ, ਸਵਾਸ ਬਾਕੀ ਸੀ। ਤੇ ਗੁਰੂ ਸਵਾਰੇ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਫਿਰ ਇੱਕ ਤੋਤੇ ਦੇ ਵਿੱਚ ਪ੍ਰਵੇਸ਼ ਹੋਇਆ ਰਾਮ ਰਾਏ। ਜਿਹੜੇ ਬਾਕੀ ਸਵਾਸ ਸੀ ਨਾ, ਉਹ ਤੋਤੇ ਦੇ ਵਿੱਚ ਰਹਿ ਕੇ ਬਤੀਤ ਕਰਨਾ ਕੀਤੇ ਸੀ। ਇਹ ਕੀ ਹੈ? ਬਹੁਤ ਸਜਾਏ ਪਿਆ ਦੇਸ ਲੰਮੈ। ਗੁਰੂ ਤੋਂ ਬੇਮੁਖ ਹੋਇਆ ਸੀ। ਗੁਰੂ ਹਰਿ ਸਾਹਿਬ ਮਹਾਰਾਜ ਤੋਂ, ਆਪਣੇ ਪਿਤਾ ਗੁਰੂ ਤੋਂ ਬੇਮੁਖ ਹੋਇਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਦੀ ਬੇਅਦਬੀ ਕੀਤੀ ਤੇ ਗੁਰੂ ਸਰ ਸਜ਼ਾ ਕੀ ਮਿਲੀ? ਤੋਤੇ ਦੀ ਜੂਨ ਪ੍ਰਾਪਤ ਹੋ ਗਈ। ਜਿਉਂਦਿਆਂ ਜੀ ਪਤਾ ਸੀ ਕਿ ਇੰਨੇ ਮੇਰੇ ਸਵਾਸ ਨੇ, ਮੈਨੇ ਭੋਗਣੇ ਨੇ, ਪਰ ਹੋਇਆ ਜਿਉਂਦਿਆਂ ਜੀ ਸਰੀਰ ਸੜ ਗਿਆ ਤੇ ਉਹ ਜਿਹੜੀ ਰੂਹ ਬਾਕੀ, ਹਲੇ ਸਵਾਸ ਬਾਕੀ ਸੀ, ਉਹ ਤੋਤੇ ਦੀ ਜੂਨ ਵਿੱਚ ਗੁਰੂ ਸਰੀਰ ਵਿੱਚ ਪ੍ਰਵੇਸ਼ ਹੋ ਕੇ ਉਹ ਭੁਗਤਣਾ ਕੀਤੇ। ਇਸ ਤਰ੍ਹਾਂ ਦੀਆਂ ਜਿਹੜੀਆਂ ਸਜ਼ਾਵਾਂ ਨੇ, ਇੱਕ ਗੁਰੂ ਕੇ ਸਾਹਿਬਜ਼ਾਦੇ ਨੂੰ ਇਸ ਤਰ੍ਹਾਂ ਦੀ ਸਜ਼ਾ ਮਿਲ ਸਕਦੀ ਹੈ। ਤੇ ਗੁਰੂ ਸਵਾਰੇ ਜੇ ਹੁਣ ਆਪਾਂ ਆਪਣੇ ਮਨਾਂ ਵੱਲ ਵਿਚਾਰ ਕਰੀਏ ਕਿ ਸਾਡੀ ਹਾਲਤ ਕੈਸੀ ਹੈ, ਆਪਾਂ ਵੀ ਇਸ ਤਰ੍ਹਾਂ ਉਸ ਵਾਹਿਗੁਰੂ ਨੂੰ ਭੁੱਲੇ ਫਿਰਦੇ ਹਾਂ, ਉਸ ਮਾਲਕ ਨੂੰ ਵਿਸਾਰਿਆ ਹੋਇਆ ਹੈ, ਜਿਸ ਕਰਕੇ ਸਤਿਗੁਰੂ ਕਹਿੰਦੇ ਇਹ ਜੰਮਣ ਮਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਾਰ-ਬਾਰ ਜੀਵ ਜੰਮਦਾ, ਬਾਰ-ਬਾਰ ਮਰਦਾ, ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਕਹਿੰਦੇ ਬੜੀਆਂ ਇਹਨੂੰ ਸਜ਼ਾਵਾਂ ਮਿਲਦੀਆਂ ਨੇ, ਲੰਮੇ ਦੇਸ਼ ਵਿੱਚ ਪੈ ਜਾਂਦਾ, ਭਾਵ ਟੇਢੀਆਂ ਮੇਢੀਆਂ ਜੂਨਾਂ, 84 ਦੇ ਗੇੜ ਵਿੱਚ ਨੂੰ ਭਟਕਣਾ ਪੈਂਦਾ, ਬੜੀਆਂ ਸਜ਼ਾਵਾਂ ਮਿਲਦੀਆਂ ਨੇ। ਹੁਣ ਗੁਰੂ ਸਾਹਿਬਾਨ ਦਾ ਇੱਥੇ ਤੱਕ ਵਚਨ ਕਰਦੇ ਨੇ ਕਿ ਸੰਸਾਰ ਵਿੱਚ ਕੋਈ ਥਿਰ ਰਹਿਣ ਵਾਲਾ ਨਹੀਂ ਹੈ। ਮਤਾ ਮਨ ਵਿੱਚ ਇਹ ਸੋਚਣਾ ਕਿ ਕੋਈ ਸੰਸਾਰ ਥਿਰ ਰਹਿਣ ਵਾਲਾ। ਸਤਿਗੁਰੂ ਕਹਿੰਦੇ ਨੇ, ਰਾਣਾ ਰਾਓ ਨਾਕੋ ਰਹਿ, ਰੰਗ ਨ ਤੁੰਗ ਫਕੀਰ, ਬਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਕੋਈ ਧੀਰਜ ਬਣ ਕੇ ਨਹੀਂ ਰਹਿ ਸਕਦਾ ਇੱਥੇ, ਚਾਹੇ ਕੋਈ ਰਾਣਾ ਹੈ, ਰਾਜਾ ਹੈ, ਚਾਹੇ ਰੰਗ ਗਰੀਬ ਹੈ, ਚਾਹੇ ਕੋਈ ਸਾਧੂ ਸੰਤ ਮਹਾਤਮਾ ਹੈ, ਤੇ ਹਰ ਇੱਕ ਨੇ ਸਭ ਸੰਸਾਰ ਨੂੰ ਛੱਡ ਕੇ ਜਾਣਾ। ਸਾਡੇ ਗੁਰੂ ਸਾਹਿਬਾਨ ਆਏ ਸਰੀਰ ਲੈ ਕੇ, ਸਰੀਰ ਦਾ ਸਤਿਗੁਰੂ ਨੇ ਓਹਲਾ ਕੀਤਾ, ਕਿਉਂਕਿ ਕਰਤੇ ਨੇ ਵਿਧਾਨ ਬਣਾਇਆ ਹੋਇਆ। ਕਰਤੇ ਦੀ ਕੁਦਰਤ ਹੈ, ਜਿਹੜਾ ਜੰਮਿਆ ਉਹਨੇ ਮਰਨਾ ਹੈ, ਪਰ ਰੂਹਾਂ ਨਹੀਂ ਮਰਦੀਆਂ। ਜਦੋਂ ਇੱਕ ਰੂਹ ਨੂੰ, ਫਿਰ ਇੱਕ ਆਪਾਂ ਰੂਹ ਸਰੀਰ ਧਾਰਨ ਕੀਤਾ, ਫਿਰ ਦੂਜਾ ਸਰੀਰ ਸਾਨੂੰ ਮਿਲ ਜਾਂਦਾ, ਤੀਜਾ ਮਿਲ ਜਾਂਦਾ ਹੈ। ਪਰ ਜਿਹੜੇ ਗੁਰੂ ਸਾਰੇ ਨਾਮ ਜਪਦੇ ਬੰਦਗੀ ਕਰਦੇ ਨੇ, ਉਹ ਫਿਰ ਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਨੇ ਤੇ ਸਤਿਗੁਰੂ ਫਿਰ ਉਹਨਾਂ ਨੂੰ ਮੁਕਤ ਕਰ ਦਿੰਦੇ ਨੇ। ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ। ਫਿਰ ਭਾਈ ਸ਼ਮੀਰ ਸਿੰਘ ਜੀ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਸਤਿਗੁਰੂ ਜੀ ਮਾਲਵੇ ਦੇ ਇਲਾਕੇ ਵਿੱਚ ਗਏ ਨਾ, ਇਹਨਾਂ ਭਾਈ ਸ਼ਮਸ਼ੀਰ ਸਿੰਘ ਦੇ ਗ੍ਰਹਿ ਵਿਖੇ ਸਤਿਗੁਰੂ ਨੇ ਡੇਰਾ ਲਾਇਆ, ਬੜੀ ਸੇਵਾ ਕੀਤੀ। ਭਾਈ ਸ਼ਮੀਰ ਸਿੰਘ ਨੇ ਜਲ ਪਾਣੀ ਪਾਤਸ਼ਾਹ ਨੂੰ ਛਕਾਇਆ, ਦੁੱਧ ਛਕਾਰਿਆ, ਦੁੱਧ ਛਕਿਆ ਤੇ ਸਤਿਗੁਰੂ ਬੜੇ ਪ੍ਰਸੰਨ ਹੋਏ। ਕਹਿੰਦੇ ਸ਼ਮੀਰ ਸਿੰਘ ਮੰਗ ਕੀ ਮੰਗਦਾ? ਸ਼ਮੀਰ ਸਿੰਘ ਮੰਗ ਕੀ ਮੰਗਦਾ? ਤੇ ਭਾਈ ਸ਼ਮੀਰ ਸਿੰਘ ਕਹਿਣ ਲੱਗੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਜੰਮਣ ਮਰਨ ਕੱਟ ਦਿਓ ਜੀ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ, ਕੱਲ੍ਹ ਨੂੰ ਗੱਲ ਕਰਾਂਗੇ। ਦੂਜਾ ਦਿਨ ਫਿਰ ਆਇਆ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਫਿਰ ਜਲ ਪਾਣੀ ਛਕਾਇਆ, ਪ੍ਰਸ਼ਾਦਾ ਪਾਣੀ ਛਕਾਇਆ। ਸਤਿਗੁਰੂ ਦੇ ਭਾਈ ਸ਼ਮੀਰ ਸਿੰਘ ਮੰਗ ਕੀ ਮੰਗਦਾ? ਪਾਤਸ਼ਾਹ ਕੱਲ੍ਹ ਬੇਨਤੀ ਕੀਤੀ, ਜੰਮਣ ਮਰਨਾ ਕੱਟ ਦਿਓ ਜੇ। ਸਤਿਗੁਰੂ ਕਹਿੰਦੇ ਹੋਰ ਮੰਗੋ, ਤਾਂ ਕੱਟ ਦਿੱਤਾ। ਸਤਿਗੁਰੂ ਕਿਵੇਂ ਕੱਟ ਦਿੱਤਾ? ਸਮਝਿਆ ਨਹੀਂ ਮੈਂ। ਸਤਿਗੁਰੂ ਕਹਿੰਦੇ ਤੈਨੂੰ ਕੋਈ ਸੁਪਨਾ ਨਹੀਂ ਆਇਆ? ਤਾਂ ਦੇਖਿਆ ਨਹੀਂ ਸੁਪਨੇ 'ਚ ਕੁਝ? ਦੱਸ ਸੁਪਨੇ 'ਚ ਕੀ ਦੇਖਣਾ ਕੀਤਾ? ਕਹਿਣ ਲੱਗਿਆ, ਪਾਤਸ਼ਾਹ ਸੁਪਨੇ ਤਾਂ ਮੈਨੂੰ 2 ਸੁਪਨੇ ਬੜੇ ਭੈੜੇ ਆਏ ਨੇ ਪਾਤਸ਼ਾਹ।
ਸੁਪਨੇ ਦੇ ਵਿੱਚ ਸਤਿਗੁਰੂ ਮੇਰੀ ਬੜੀ ਹਾਲ ਤਰਸਯੋਗ ਸੀ। ਬੜੀਆਂ ਮੈਂ ਦੁੱਖ ਝੱਲਣਾ ਕਿ ਸੁਪਨੇ ਦੇ ਵਿੱਚ, ਤੇ ਜਦੋਂ ਮੇਰੀ ਮੌਤ ਹੋਈ ਨਾ ਅਖੀਰ ਤੇ, ਮੈਂ ਪੀਲੂ ਦੇ ਜਿਹੜੇ ਬੇਰ ਸਨ ਉਹ ਮੈਂ ਖਾ ਰਿਹਾ ਸੀ। ਡਿੱਗ ਕੇ ਥੱਲੇ ਧਰਤੀ ਉੱਤੇ ਡਿੱਗਿਆ, ਤੇ ਡਿੱਗਣ ਨਾਲ ਪਾਤਸ਼ਾਹ ਮੇਰੀ ਮੌਤ ਹੋਈ ਤੇ ਮੇਰੀ ਅੱਖ ਖੁੱਲ੍ਹ ਗਈ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਬਸ ਭਾਈ ਤੈਂ ਸਾਡੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਪਾਤਸ਼ਾਹ ਮੇਰਾ ਜੰਮਣ ਮਰਨ ਕੱਟ ਦਿਓ। ਸਤਿਗੁਰੂ ਕਹਿੰਦੇ ਤੈਨੂੰ ਇਹ ਜੂਨਾਂ ਤੈਨੂੰ ਮਿਲਣੀਆਂ ਸੀ। ਹਾਲੇ ਕਰਤੇ ਦੀ ਜਿਹੜਾ ਲਿਖਿਆ ਹੋਇਆ ਲੇਖ ਲੇਖ ਨਾ ਮਿਟੇ ਹੇ ਸਖੀ, ਜੋ ਲਿਖਿਆ ਕਰਤਾਰ, ਉਸ ਲੇਖ ਨੂੰ ਅਸੀਂ ਸੁਪਨੇ ਵਿੱਚ ਹੀ ਭੁਗਤਾ ਦਿੱਤਾ। ਤੇ ਨਾਲੇ ਗੁਰੂ ਨਾਨਕ ਦੇ ਘਰ ਆ ਕੇ ਤੈਂ ਮੰਗਣਾ ਕੀਤਾ, ਤੇਰੇ ਪਿਛਲੇ ਗੁਨਾਹ ਵੀ ਸਾਰੇ ਬਖਸ਼ ਦਿੱਤੇ। ਸਾਡੀ ਸੇਵਾ ਕੀਤੀ ਹੈ, ਤੇ ਐਡਾ ਵੱਡਾ ਫਲ ਗੁਰੂ ਨੂੰ ਚੇਤੇ ਕਰਨਾ ਪ੍ਰਾਪਤ ਹੋ ਜਾਂਦਾ ਹੈ। ਸਾਡੀ ਇਹ ਤਵਾਰਖ ਦੱਸਦੀ ਹੈ ਗੁਰੂ ਸਵਾਰੇ। ਸਤਿਗੁਰੂ ਜੀ ਨੇ ਉਹਦੇ 'ਤੇ ਬਖਸ਼ਿਸ਼ ਕੀਤੀ। ਤਾਂ ਸਤਿਗੁਰੂ ਇੱਥੇ ਬਚਨ ਕਰਦੇ, ਕਹਿੰਦੇ ਇਸ ਤਰ੍ਹਾਂ ਫਿਰ ਜੀਵ ਵਾਰ-ਵਾਰ ਜੰਮਦਾ ਤੇ ਵਾਰ-ਵਾਰ ਮਰਦਾ, ਤੇ ਗੁਰੂ ਜਿਹੜਾ ਹੈ, ਗੁਰੂ ਸਾਹਿਬਾਨ ਸਾਡੇ ਜੰਮਣ ਮਰਨ ਦੇ ਚੱਕਰ ਨੂੰ ਸਤਿਗੁਰੂ ਕੱਟ ਸਕਦੇ ਨੇ। ਗੁਰੂ ਇਹ ਸਮਰੱਥ ਹੈ, ਸਰਵ ਸ਼ਕਤੀਮਾਨ ਹੈ, ਗੁਰੂ ਵਿੱਚ ਇਹ ਤਾਕਤ ਹੈ। ਤੇ ਇਸ ਤਰ੍ਹਾਂ ਗੁਰੂ ਸਾਹਿਬਾਨ ਬਾਂਹ ਪਕੜਦੇ ਨੇ। ਤੇ ਪਾਤਸ਼ਾਹ ਕਹਿੰਦੇ ਬਹੁਤ ਸਜਾਏ ਪਿਆ ਦੇਸ਼ ਲੰਮੇ, ਬੜੀਆਂ ਸਜਾਵਾਂ ਮਿਲਦੀਆਂ ਨੇ। ਲੰਮੇ ਦੇਸ਼ ਭਾਵ ਟੇਢੀਆਂ ਮੇਢੀਆਂ ਜੂਨਾਂ ਵਿੱਚ ਇਹ ਜੀਵ ਭਟਕਦਾ ਫਿਰਦਾ ਹੈ। ਜਿਵੇਂ ਗੁਰੂ ਸਾਹਿਬਾਨ ਜੀ ਦਾ ਫਰਮਾਨ ਹੈ, ਸਤਿਗੁਰੂ ਕਹਿੰਦੇ ਨੇ, ਰਹਿਣ ਨ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨਿ ਦਰਸ਼ਨ ਪਾਇਆ। ਸਤਿਗੁਰੂ ਕਹਿੰਦੇ ਇੱਥੋਂ ਤੱਕ ਰਹਿਣ ਨਾ ਪਾਵੈ ਸੁਰ ਨਰ ਦੇਵਾ, ਸੁਰ ਨਰ ਦੇਵਾ ਦੇਵਤੇ ਇਤਿਆਦਿਕ ਕੋਈ ਵੀ ਥਿਰ ਰਹਿਣ ਵਾਲਾ ਨਹੀਂ। ਵੱਡੇ ਵੱਡੇ ਮੁਨੀ ਜਾਂ ਜਿਨ੍ਹਾਂ ਨੇ ਆਪਣਾ ਮੌਨ ਧਾਰਨ ਕੀਤਾ ਹੋਇਆ, ਮੁਨੀਵਰ ਕਹਾਣ ਵਾਲੇ ਨੇ, ਉਹ ਵੀ ਕਹਿੰਦੇ ਆਪਣੇ ਸਮਾਂ ਕੱਢ ਕੇ ਉਹ ਵੀ ਸੰਸਾਰ ਤੋਂ ਚਲੇ ਜਾਂਦੇ ਨੇ। ਫਿਰ ਸਤਿਗੁਰੂ ਜੀ ਜੀਵਤ ਕੌਣ ਨੇ? ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਨਾਮ ਨੂੰ ਜਪਣਾ ਕੀਤਾ, ਉਹ ਜਿਉਂਦੇ ਵੇਖਣਾ ਕੀਤੇ ਨੇ। ਕਿਉਂ ਜੀ? ਕਿਸ ਤਰ੍ਹਾਂ ਜਿਉਂਦੇ ਨੇ? ਕਿਉਂਕਿ ਮਰਨ ਤੋਂ ਬਾਅਦ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਗੁਰੂ ਸਾਹਿਬਾਨ ਜੀ ਆਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ 'ਚ ਆਏ, ਨਿਰੰਕਾਰ ਸੀ, ਸਰੀਰ ਦਾ ਓਹਲਾ ਕੀਤਾ, ਤੇ ਅੱਜ ਆਪਾਂ ਗੁਰੂ ਨਾਨਕ ਨੂੰ ਯਾਦ ਕਰਦੇ ਹਾਂ, 10 ਪਾਤਸ਼ਾਹੀਆਂ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਦੇ ਹਾਂ। ਇੱਥੋਂ ਤੱਕ ਗੁਰੂ ਸਵਾਰਿਓ, ਜਿੰਨੇ ਵੀ ਸੰਸਾਰ ਵਿੱਚ ਆ, ਜਿਨ੍ਹਾਂ ਨੇ ਚੰਗੇ ਕਰਮ ਕੀਤੇ, ਨਾਮ ਜਪਿਆ, ਬੰਦਗੀ ਕੀਤੀ, ਉਹਨਾਂ ਭਗਤ ਸਾਹਿਬਾਨਾਂ ਨੂੰ ਆਪਾਂ ਯਾਦ ਕਰਦੇ ਹਾਂ, ਭੱਟ ਸਾਹਿਬਾਨਾਂ ਨੂੰ ਯਾਦ ਕਰਦੇ ਹਾਂ। ਕਿਉਂਕਿ ਉਹ ਸਮੇਂ-ਸਮੇਂ ਉਹਨਾਂ ਨੇ ਸੰਸਾਰ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਿਆ ਤੇ ਲੁਕਾਈ ਪਾਸੋਂ ਛੁਪਾਣਾ ਕੀਤਾ, ਸਤ ਸੰਗਤ ਦਾ ਆਨੰਦ ਮਾਣਨਾ ਕੀਤਾ। ਇਸ ਕਰਕੇ ਪਾਤਸ਼ਾਹ ਕਹਿੰਦੇ, ਭਾਈ ਬੜੀਆਂ ਸਜ਼ਾਵਾਂ ਮਿਲਦੀਆਂ ਨੇ। ਲੰਮੀ ਪੈਂਡੇ ਵਿੱਚ ਕਹਿੰਦੇ ਇਸ ਤਰ੍ਹਾਂ ਤੂੰ ਭਟਕਦਾ ਫਿਰਦਾ ਹੈ, ਬਾਰ-ਬਾਰ ਜੰਮਦਾ ਤੇ ਬਾਰ-ਬਾਰ ਮਰਦਾ ਹੈ। ਤੇ ਨਾਲ ਸਤਿਗੁਰੂ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪ੍ਰਾਣੀਆ। ਸਤਿਗੁਰੂ ਜੀ ਫਿਰ ਇਹ ਜੀਵ ਨੂੰ ਸਜ਼ਾਵਾਂ ਕਿਉਂ ਮਿਲਦੀਆਂ ਨੇ? ਕਿਉਂ ਜੀਵ ਇਸ ਤਰ੍ਹਾਂ ਭਟਕਦਾ ਹੈ? ਕਿਉਂ ਇਸ ਤਰ੍ਹਾਂ ਬਾਰ-ਬਾਰ ਜੰਮਦਾ ਤੇ ਬਾਰ-ਬਾਰ ਮਰਦਾ? ਕੀ ਚੱਕਰ ਕੀ ਹੈ? ਸਤਿਗੁਰੂ ਕਹਿੰਦੇ ਜੀਵ ਅੰਧਲਾ ਹੈ। ਅੰਧਲਾ ਕਿਉਂ ਹੈ? ਕਿਉਂਕਿ ਆਮ ਤੌਰ 'ਤੇ ਆਪਾਂ ਅੰਧਲਾ ਉਹਨੂੰ ਕਹਿੰਦੇ ਜਿਹਦੀ ਨੇਤਰਾਂ ਦੀ ਲਾਈਟ ਨਾ ਹੋਵੇ, ਰੋਸ਼ਨੀ ਨਾ ਹੋਵੇ, ਕਹਿੰਦੇ ਮੁਨਾਖਾ ਇਨਸਾਨ। ਤੇ ਸਤਿਗੁਰੂ ਦੇ ਜੀਵ ਦੇ ਨੇਤਰ ਹੁੰਦਿਆਂ ਹੋਇਆਂ ਵੀ ਜੀਵ ਅੰਧਲਾ ਹੈ, ਕਿਉਂਕਿ ਜੀਵ ਵਿਸ਼ੇ ਵਿਕਾਰਾਂ ਵਿੱਚ ਰਾਤਾ ਤਦਾਕਾਰ ਹੈ। ਵਿਸ਼ੇ ਵਿਕਾਰਾਂ ਵਿੱਚ ਮਸਤ ਹੋਣ ਕਰਕੇ ਇਹਨੂੰ ਆਪਣੇ ਅਸਲੇ ਦਾ ਪਤਾ ਨਹੀਂ ਹੈ।
अपना एड्रैस नहीं पता कि मैं की हाँ, कित्थों आया हाँ, कित्थे आना, काहदी लई मैं आया, की करना है, मेरा असली देश किहड़ा है, मेरे घर का एड्रैस किहड़ा है, इहदे बाबत जीव नूं बिल्कुल भी ज्ञान नहीं है। तो इस करके जीव अंधला हो गया, मुनाखा हो गया। सतगुरु कहते जिस मालक ने जीव नूं पैदा कीता सी, जिन्हें जीव नूं जन्म दिता, संसार विच भेजिया, मनुखा देही बख्शिश कीती, तंदुरुस्ती बख्शिश कीती, कहते ये अंधला मनुख उस वाहिगुरू नूं जाणदा ही नहीं है, वाहिगुरू नूं चेते नहीं करता। जिस करके फिर ये कारण बनिया तां दुख सह प्राणी, प्राणाधारी जीव फिर कहते ये दुख सहन करता है। बस यही कारण है साडे दुखों का। गुरु सवारियो, सानू रब भुलिया होया, सानू गुरु भुलिया होया है। जो तक साडे मन विच गुरु की याद शक्ति है, असी गुरु नूं हर समय अंग संग जाणदे, परमेश्वर नूं हाज़र नाज़र जाणदे हां, ते साडे दुख फिर परमेश्वर ने आप वंडा लैणे ने। पता कि मेरा है जिहदे नाल एक प्रभु का प्यार पै जावे ते प्रभु परमात्मा फिर उहनूं गुरु सवारे उहनूं उहदी हर साह ते रखिया करदा, मदद करदा है। किन्नियां दी रखिया कीती है, प्रहलाद की रखिया की, ध्रुव नूं राज भाग दवाया। किन्ने गुरसिख ने जिन्हां दी रखिया की, भाई तरलोके की रखिया की। किहदी गल करी आपां, बाबा विधि चंद बल दे भट्ठ विच बैठ के रखिया की। एडी वड्डी नदी जिन्होंने गुरु सर पार कर घोड़ा लैके आए सी, वो नदी पार करके आउणा, डूंगी नदी, उहदे च घोड़ा ठलिया ते उहदे गुरु सवारे नदी पार दी किरपा गुरु ने घोड़े समेत पानी डुब सकते सन, खेड़ वरताई पार करके पार ले किनारे पहुंच। गुरु ने अपना ये वर दिता सी, विधि चंद शीना गुरु का सीना। अपना दिल होगा। इस करके जदों उहदे प्यारे उहनूं याद करते ने ना, समय ताती बाव न लगे, पार ब्रह्म शरणाई, हारै राम का दुख लाई। राम औखद दिया एका लिव लाई रहाओ, हार सब व्याध मिटाई, कहो नानक किरपा। परमात्मा तो इस तरह सहायता करता है, पर सतगुरु कहते जिहड़ा जी वो सारियां थां परमेश्वर खुदा सारियां, पर जीव कहते उस मालक नूं भुलिया फिरदा। इनू माया ने ठग लिया है, फिर संग मूठड़िए खबर ना पाईया राम। ते जिस करके दुनिया खेल बुरा रुठ तुठा, परमात्मा दी एक आत्मा दे हुक्म विच है। आपे जल आपे थल थम्मन, आपे कीया घट घट वासा। सारे घटां विच उस मालक दा वासा है। ते आपे नर आपे पुन नारी, इस्त्री भी आप है ते पुरुष भी आप है। आपे सार आप ही पासा, आप ही सारियां दी संभाल करन वाला है। इस करके गुरमुख संगत सबै विचारो, वाहु वाह वड्डा तमाशा।
ਪਾਤਸ਼ਾਹ ਹੈ। ਸਤਿਗੁਰ ਦੁਨੀਆ ਖੇਲ ਬੁਰਾ ਉੱਠ ਤੁੱਠਾ। ਕਹਿੰਦੇ ਇਸ ਤਰ੍ਹਾਂ ਫਿਰ ਇਹ ਦੁਨੀਆ ਦੀ ਪਰਮਾਤਮਾ ਕੋਈ ਕਹਿੰਦੇ ਖੇਡ ਬਣਾ ਰਿਹਾ, ਕਿਸੇ ਪਾਸੋਂ ਬੁਰੇ ਕੰਮ ਕਰ ਰਿਹਾ, ਕੋਈ ਮਾੜੇ ਚੰਗੇ ਕੰਮ ਕਰ ਰਿਹਾ, ਕਈਆਂ ਉੱਤੇ ਉਹ ਨਿਗਾਹ ਕਰਦਾ ਹੈ, ਵੱਡੇ ਵੱਡੇ ਪਾਪੀਆਂ ਨੂੰ ਵੀ ਤਾਰ ਦਿੰਦਾ ਹੈ। ਕਈ ਵਾਰੀ ਪਰਮਾਤਮਾ ਐਸੀ ਖੇਡ ਵਰਤਾਉਂਦਾ ਹੈ, ਵੱਡੇ ਵੱਡੇ ਦਾਨੇ ਸਿਆਣੇ ਆਪਣੇ ਆਪ ਨੂੰ ਕਹਾਣ ਵਾਲੇ ਉਹ ਮੰਦ ਬੁੱਧੀ ਹੋ ਜਾਂਦੇ ਨੇ। ਇਹੋ ਜਿਹਨਾਂ ਪਾਸੋਂ ਕਰਮ ਕਰਾਇਆ ਜਾਂਦਾ ਹੈ ਕਿ ਮਨ ਰਹਿੰਦੀ ਲਾਹਣਤ ਨਹੀਂ ਮਿਲਿਆ। ਇੰਝ ਕਹਿ ਲਈ ਪ੍ਰਤੱਖ ਤੋੜ ਇਹਨੂੰ ਮਿਲੀ ਨਹੀਂ, ਸੰਗਤ ਰਹਿ ਗਿਆ। ਜਿਸ ਅਸੀਂ ਖੇਡ ਵਰਤੀ ਪਰਮਾਤਮਾ ਦੀ ਆਪਣ ਭਾਣੀ ਆ, ਉਸ ਮਾਲਕ ਦੀ ਇਹ ਰਜਾ ਹੈ, ਆਪਣਾ ਭਾਣਾ ਇਹ ਵਰਤਾਣਾ ਕੀਤਾ ਹੈ। ਪਰਮਾਤਮਾ ਆਪਣੀ ਟਹਿਲ ਸੇਵਾ ਕਰਾਉਂਦਾ। ਜਿਹੜੇ ਪਰਮਾਤਮਾ ਨਹੀਂ ਭਾਉਂਦੇ ਤੇ ਉਹਨਾਂ ਨੂੰ ਗੁਰੂ ਸਵਾਰ ਇਸ ਤਰ੍ਹਾਂ ਟੇਢੇ ਮੇਢੇ ਕਰਮਾਂ ਵਿੱਚ ਲਾ ਦਿੰਦਾ ਹੈ, ਜਿਸ ਕਰਕੇ ਉਹ ਮਾੜੇ ਕਰਮ ਕਰਦੇ ਨੇ ਤੇ ਫਿਰ ਉਹਨਾਂ ਨੂੰ ਫਿਰ ਉਹਦੇ ਕੀਤੇ ਹੋਏ ਦੀ ਸਜ਼ਾ ਮਿਲਦੀ ਹੈ। ਸਾਰੀ ਖੇਡ ਉਸ ਵਾਹਿਗੁਰੂ ਦੀ ਹੈ। ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢ ਇੱਕ ਲਹਿਰ ਵਿਆਪੇ। ਮੌਲਾ ਉਹਦਾ ਪਰਮਾਤਮਾ ਕਹਿੰਦੇ ਪਰਮਾਤਮਾ ਨੇ ਇਹ ਸਾਰਾ ਉਹ ਵਾਹਿਗੁਰੂ ਦੀ ਇਹ ਸਾਰੀ ਖੇਡ ਹੈ। ਕਹਿੰਦੇ ਇੱਕ ਕੱਢੇ, ਇਕਨਾਂ ਨੂੰ ਕਹਿੰਦੇ ਇਕਨਾਂ ਦੀ ਬਾਂਹ ਨਾ ਕਰੋ। ਪਿਛਲੇ ਕੀਤੇ ਹੋਏ ਕਰਮਾਂ ਕਰਕੇ ਅਸੀਂ ਰਹੇ ਹਾਂ, ਲਹਿਰਾਂ ਵਿੱਚ ਡੁੱਬਦੇ ਜਾ ਰਹੇ ਹਾਂ ਤੇ ਮਾਲਕ ਸਾਨੂੰ ਬਾਹਰ ਕੱਢਣਾ ਕਰੋ। ਗੁਰੂ ਸਾਹਿਬਾਂ ਦੀ ਕਿ ਭਾਈ ਤੁਸੀਂ ਫਲਾਣਾ ਯਾਦ ਕਰਦਾ ਮੈਨੂੰ, ਉਹਨੂੰ ਉਪਦੇਸ਼ ਦੇਣਾ ਕਰੋ, ਉਹਨੂੰ ਬਾਹਰ ਨਿਕਲਣ ਦਾ ਰਸਤਾ ਦੱਸੋ, ਮਾਰਗ ਦੱਸੋ। ਡੁੱਬ ਰਿਹਾ, ਗੋਤੇ ਖਾ ਰਿਹਾ ਉਹਨੂੰ ਤੈਰਨਾ ਸਿਖਾਉਣਾ ਕਰੋ, ਕਿਵੇਂ ਤੈਰਨਾ ਹੈ। ਫਿਰ ਗੁਰੂ ਸਵਾਰੇ ਆਪਣੇ ਨਾਮ ਦਾ ਮੰਤਰ ਦਿੰਦਾ ਕਿ ਸਿੱਖਾ ਆਹ ਨਾਮ ਮੰਤਰ ਜਪਣਾ ਕਰ, ਇਹਦਾ ਅਭਿਆਸ ਕਰ, ਇਸ ਮਾਰਗ ਤੇ ਚੱਲਦਾ ਜਾਵੇਗਾ। ਫਿਰ ਉਸਤਤ ਕਰੈ ਜਹਾਨ, ਤੇ ਤੈਨੂੰ ਸਾਰਾ ਸੰਸਾਰ ਤੇਰੀ ਉਸਤਤ ਵਡਿਆਈ ਕਰੇਗਾ। ਜੇ ਤੂੰ ਇਸ ਮਾਰਗ ਨੂੰ ਭੁੱਲ ਗਿਆ, ਸਾਰਾ ਜਹਾਨ ਤੈਨੂੰ ਲਾਏਗਾ, ਤੂੰ ਵਿਸ਼ੇ ਵਿਕਾਰ ਜਾਵੇਗਾ। ਹੁਣ ਜਿਹੜਾ ਗੁਰੂ ਸਵਰੇ ਗੁਰੂ ਦੇ ਬਚਨਾਂ ਨੂੰ ਮੰਨ ਲਿਆ, ਉਹ ਤਾਂ ਫਿਰ ਗੁਰੂ ਦੀ ਕਿਰਪਾ ਦੇ ਨਾਲ ਤਰ ਗਿਆ ਕਿ ਮੰਦਰ ਨੂੰ ਪਾਰ ਕਰਕੇ ਤੇ ਉਸ ਹੋ ਗਿਆ। ਗੁਰੂ ਨਾਲ ਸੁਣ ਲੈ, ਸੁਣ ਸਿਰ ਸਿਰ ਕਿਰਤ ਬਿਹਾਣੀਆਂ, ਕਿਉਂਕਿ ਹਰ ਇੱਕ ਜੀਵ ਦੇ ਸਿਰ ਉੱਤੇ ਜੋ ਕਿਰਤ ਇਹਨੇ ਕੀਤੀ ਹੋਈ ਹੈ, ਜਿਸ ਮੁਤਾਬਕ ਉਹਨੂੰ ਬਤੀਤ ਕਰ ਰਿਹਾ, ਜੋ ਕਰਮ ਕੀਤੇ ਨੇ ਉਹ ਕਰਮਾਂ ਨੂੰ ਬਤੀਤ ਕਰ ਰਿਹਾ ਹੈ। ਪਰ ਹੈ ਕਹਿੰਦੇ ਰਿਮੋਟ ਕੰਟਰੋਲ ਜਿਹੜਾ ਪਰਮਾਤਮਾ ਦੇ ਹੱਥ ਵਿੱਚ ਹੈ ਤੇ ਪਰਮਾਤਮਾ ਨਚਾ ਰਿਹਾ। ਜਿਵੇਂ ਆਪਾਂ ਭਗਤ ਜੀ ਦੇ ਬਚਨ ਪੜ੍ਹਦੇ ਹਾਂ, ਰਵਿਦਾਸ ਸਾਹਿਬਾਨ ਜੀ ਕਹਿੰਦੇ ਨੇ, ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੈ, ਹੋਰਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਤਬ ਰੋਬਨ ਲਖਤ ਹੈ। ਹੈ ਤਾਂ ਮਿੱਟੀ ਦੇ ਪੁੱਤ ਨੇ ਨਾ, ਆਪਾਂ ਮਿੱਟੀ ਹੈ ਤੇ ਪਰਮਾਤਮਾ ਜਿਵੇਂ ਆਪਾਂ ਆਪਣੇ ਪ੍ਰਤੱਖ ਤੌਰ ਤੇ ਰਹਿਣ ਵਾਸਤੇ ਮਕਾਨ ਬਣਾਉਂਦੇ, ਘਰ ਬਣਾ ਲਿਆ ਤੇ ਘਰ ਵਿੱਚ ਆਪਾਂ ਬਸੇਰਾ ਕਰ ਲਿਆ। ਪਰਮਾਤਮਾ ਨੇ ਕਹਿ ਦਿੱਤਾ ਕਿ ਤੇ ਐਨੇ ਜ਼ਿੰਦਗੀ ਦੇ ਸਾਲ ਭੋਗਣ ਲਿਖ ਕੇ
ਲਿਖ ਕੇ ਪਰਮਾਤਮਾ ਨੇ ਦੱਸ ਮਾਤ ਲੋਕ 'ਚ ਤੂੰ ਜਾ ਰਹੇ ਆ, ਇੰਨੇ ਜ਼ਿੰਦਗੀ ਦੇ ਸਾਹ ਨੇ, ਇਹਨਾਂ ਸਾਹਾਂ ਦਾ ਵਪਾਰ ਕਰਨਾ ਤੇ ਜਾ ਕੇ ਮੈਨੂੰ ਚੇਤੇ ਕਰਨਾ। ਜਿਸ ਦਿਨ ਤੇਰੇ ਸਾਹ ਗਏ ਉਸ ਦਿਨ ਤੈਨੂੰ ਫਿਰ ਸਰੀਰ ਆਉਣਾ ਪਵੇਗਾ, ਸੰਸਾਰ ਨੂੰ ਛੱਡ ਕੇ ਆਉਣਾ ਪਵੇਗਾ। ਤੇ ਗੁਰੂ ਸਵਾਰੇ ਫਿਰ ਇਸ ਤਰ੍ਹਾਂ ਆਉਂਦਾ, ਵਾਅਦਾ ਕੀਤਾ ਹੁੰਦਾ ਪਰਮਾਤਮਾ ਦੇ ਨਾਲ ਕਿ ਪਰਮਾਤਮਾ ਇਹ ਫਾਨੀ ਸੰਸਾਰ ਨੂੰ ਛੱਡ ਕੇ ਆਵਾਂਗਾ, ਮੈਂ ਕੋਈ ਰੋਸ ਨਹੀਂ ਕਰਾਂਗਾ, ਮੈਂ ਸੰਸਾਰ ਵਿੱਚ ਜਾ ਕੇ ਮਨੁੱਖਾ ਦੇਹੀ ਪ੍ਰਾਪਤ ਕਰਕੇ ਮੈਂ ਸੇਵਾ ਕਰਾਂਗਾ, ਸਿਮਰਨ ਕਰਾਂਗਾ, ਲੋਕ ਭਲਾਈ ਦੇ ਕੰਮ ਕਰਾਂਗਾ, ਤੇ ਮੈਨੂੰ ਫਿਰ ਮੈਂ ਆਪਣੇ ਮਨੁੱਖਾ ਜੀਵਨ ਨੂੰ ਸਫਲ। ਪਰ ਸਾਰੇ ਗੁਰੂ ਸਰੇ ਭਗਤ ਪੂਰਨ ਸਿੰਘ ਜੀ ਆਪ ਜੀ ਸਾਰੇ ਜੀਵਨ ਜਾਣਦੇ ਹੋ। ਪਿੰਗਲਵਾੜਾ ਜਿਨ੍ਹਾਂ ਤੋਂ ਗੁਰੂ ਸਰੇ ਇਹ ਮੁੱਖ ਬਾਨੀ ਨੇ, ਇੰਨੀ ਅਣਥੱਕ ਸੇਵਾ ਕੀਤੀ ਹੈ, ਉਹ ਗੁਰੂ ਦੀ ਕਿਰਪਾ, ਕਿਉਂਕਿ ਇਹ ਗੁਣ ਉਤਪੰਨ ਪਰਮਾਤਮਾ ਨੇ ਪੈਦਾ ਕਰ ਦਿੱਤਾ ਕਿ ਇਸ ਸਰੀਰ ਪਾਸੋਂ ਸੇਵਾ ਲੈਣੀ ਹੈ। ਕਿੰਨਾ ਸਮਾਂ ਹੋ ਗਿਆ ਸੰਸਾਰ 'ਚੋਂ ਗਿਆ ਨੂੰ, ਯਾਦ ਕਰਦੇ ਆ ਜਦੋਂ ਹੈ ਤੇ ਭਗਤ ਪੂਰਨ ਸਿੰਘ ਦਿੱਤੀ ਜਾਂਦੀ ਹੈ। ਇਸ ਬਾਰਿਓ ਹੈ ਪਰਮਾਤਮਾ ਦੇ ਹੁਕਮ ਦੇ ਵਿੱਚ, ਜਿਉਂ ਨਚਾਏ ਤਿਉਂ ਤੇ ਨੱਚਣ। ਜਿਵੇਂ ਉਹ ਵਾਹਿਗੁਰੂ ਨਚਾਉਂਦਾ ਨਾ, ਉਸ ਤਰ੍ਹਾਂ ਸਾਰੇ ਜੀਵ ਨੱਚਦੇ ਫਿਰਦੇ ਨੇ। ਸਿਰ ਸਿਰ ਕਿਰਤ ਬਿਹਾਣੀ ਆ, ਜੋ ਹਰ ਇੱਕ ਜੀਵ ਦੇ ਮੱਥੇ ਉੱਤੇ ਲਿਖਿਆ ਹੋਇਆ, ਜਿਹੜੇ ਕਰਮ ਲਿਖੇ ਹੋਏ ਨੇ, ਉਹ ਕਹਿੰਦੇ ਆਪਣੇ ਕਰਮਾਂ ਨੂੰ, ਕੀਤੇ ਹੋਏ ਕਰਮਾਂ ਨੂੰ ਬਿਹਾਣੀਆਂ ਬਤੀਤ ਕਰ ਹੈ। ਤਾਂ ਖਸਮ ਧਿਆਈ ਸੰਤਾਂ ਸੰਗਤ ਨਰਕ ਨਾ। ਗੁਰੂ ਸਾਹਿਬਾਨ ਬਖਸ਼ਿਸ਼ ਕਰਦੇ ਨੇ। ਫਿਰ ਨਾਮ ਕਿਵੇਂ ਜਪਿਆ? ਤੇ ਗੁਰੂ ਸਾਹਿਬਾਨ ਕਹਿੰਦੇ ਨੇ ਮਿਹਰ ਕਰੇ, ਜੇ ਵਾਹਿਗੁਰੂ ਆਪ ਮਿਹਰ ਕਰ ਦੇਵੇ, ਕਿਰਪਾ ਕਰ ਦੇਵੇ, ਤਾਂ ਖਸਮ ਧਿਆਈ, ਫਿਰ ਉਸ ਖਸਮ ਪਰਮੇਸ਼ਰ ਨੂੰ, ਮਾਲਕ ਨੂੰ ਧਿਆਇਆ ਜਾ ਸਕਦਾ, ਫਿਰ ਉਸ ਮਾਲਕ ਦਾ ਸਿਮਰਨ ਕੀਤਾ ਜਾ ਸਕਦਾ। ਸੰਗਤ ਨਰਕ ਨਾ ਪਾਈ, ਬਖਸ਼ਿਸ਼ ਕਰਦਾ ਜਿਹੜੇ ਉਹਨੂੰ ਭਾਉਂਦੇ ਚੰਗੇ, ਉਹਨਾਂ ਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਬਖਸ਼ਿਸ਼ ਕਰਦਾ, ਗੁਰਮੁਖਾਂ ਦੀ ਸੰਗਤ, ਸੰਤ ਮਹਾਂਪੁਰਖਾਂ ਦੀ ਸੰਗਤ ਬਖਸ਼ਿਸ਼ ਕਰਦਾ, ਤੇ ਗੁਰੂ ਕਰਦਾ। ਜਿਹੜੇ ਫਿਰ ਇਸ ਤਰ੍ਹਾਂ ਗੁਰਮੁਖਾਂ ਦੀ ਸੰਗਤ ਮਾਣਦੇ ਨੇ, ਸਤ ਸੰਗਤ ਦਾ ਲਾਹਾ ਪ੍ਰਾਪਤ ਕਰਦੇ ਹਨ, ਤੇ ਸਤ ਸੰਗਤ ਵਿੱਚ ਆ ਕੇ ਨਾਮ ਜਪਦੇ, ਗੁਰੂ ਕਹਾਣੀਆਂ ਕੀਰਤਨ ਸੁਣਦੇ ਹਨ, ਜਸ ਸੁਣਦੇ ਹਨ, ਤੇ ਸਤਿਗੁਰੂ ਕਹਿੰਦੇ ਉਹਨਾਂ ਸੰਗਤ ਕਰਨ ਦਾ ਪਰਮਾਤਮਾ ਨਹੀਂ ਪਾਉਂਦਾ, ਉਹ ਤੋਂ ਮੁਕਤ ਹੋ ਜਾਂਦੇ ਹਨ। ਨਾਨਕ ਕੋ ਗੁਣ ਗੀਤਾ ਨਿਤ ਬਖਾਣੀਆਂ। ਜੀ ਉਚਾਰਨ ਕਰਦੇ ਨੇ। ਪਰਮੇਸ਼ਰ ਦਾ ਨਾਮ ਕੀ ਹੈ? ਅੰਮ੍ਰਿਤ, ਮ੍ਰਿਤੂ ਤੋਂ ਰਹਿਤ ਕਰਨ ਵਾਲਾ। ਉਹ ਕਹਿੰਦੇ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਨਕ ਨੂੰ, ਨਾਨਕ ਨੂੰ ਕਹਿੰਦੇ ਪਰਮਾਤਮਾ ਨੇ ਉਹ ਨਾਮ ਦਾਨ ਦੇਣਾ ਕੀਤਾ, ਜਿਸ ਕਰਕੇ ਨਾਨਕ ਨਿਤਾ ਪ੍ਰਤੀ ਦੇ ਗੁਣ ਗੀਤ ਗਾ ਗਾ ਬਖਿਆਨ ਕਰਦਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਗਾ ਕੇ ਪ੍ਰਾਪਤ ਕੀਤਾ। ਹਾਲਾਂਕਿ ਵਾਹਿਗੁਰੂ ਨੇ ਇੱਕਮਿਕ ਸੀ। ਜਦੋਂ ਇਤਿਹਾਸ ਪੜ੍ਹਦੇ ਹਾਂ ਤੇ ਪਤਾ ਲੱਗ, ਕਹਿੰਦੇ ਨੇ ਭਾਈ ਮਰਦਾਨੇ ਨੂੰ ਕਿ ਭਾਈ ਮਰਦਾਨਾ ਜੀ
ਰਬਾਬ ਤਿਆਰ ਕਰੋ, ਬਾਣੀ ਆਈ ਹੈ। ਫਿਰ ਸਤਿਗੁਰੂ ਰਾਗ ਆਧਾਰਿਤ ਬਾਣੀ ਨੂੰ ਅਲਾਪਦੇ ਸੀ, ਗਾਇਨ ਕਰਦੇ ਸੀ। ਇਸ ਤਰ੍ਹਾਂ ਸਤਿਗੁਰੂ ਜੀ ਆਪਣੀ ਰਸਨਾ ਤੋਂ ਬਾਣੀ ਦਾ ਗਾਇਨ ਕਰਦੇ ਤੇ ਉਦੋਂ ਦੁਨੀਆ ਦੇ ਜਿਹੜੇ ਲੋਕ ਸਨ, ਲੰਘਦੇ ਟੱਪਦੇ ਸਾਰੇ ਉੱਥੇ ਬੈਠ ਜਾਂਦੇ ਸੀ। ਦਰਖਤਾਂ 'ਚੋਂ ਰਸ ਚੋਣ ਲੱਗ ਪੈਂਦਾ ਸੀ। ਜੰਗਲ ਦੇ ਪਸ਼ੂ ਪੰਛੀ ਵੀ ਐਨ ਸ਼ਾਂਤ ਹੋ ਕੇ ਬੈਠ ਜਾਂਦੇ ਸੀ। ਗਾ ਗਾ ਕੇ ਹੀ ਉਸ ਮਾਲਕ ਨੂੰ ਗੁਰੂ ਸਵਾਰੇ ਬਖਿਆਨ ਕੀਤਾ ਪਰਮਾਤਮਾ। ਜਿਵੇਂ ਆਪਾਂ ਭਗਤ ਕਬੀਰ ਜੀ ਕਹਿੰਦੇ ਨੇ, ਲੋਕ ਜਾਣੈ ਇਹ ਤੋਂ ਬ੍ਰਹਮ ਵਿਚਾਰ, ਜਿਉ ਕਾਂਸੀ ਉਪਦੇਸ਼ ਹੋਏ ਮਾਨਸ ਵਰਤੀ ਵਾ। ਕਬੀਰ ਸਾਹਿਬਾਨ ਜੀ ਗਾਉਂਦੇ ਸੀ, ਸਿਰਫ ਸਲਾਹ ਦੇ ਗੀਤ ਗਾਉਂਦੇ ਸੀ, ਵਡਿਆਈ ਕਰਦੇ ਸਨ ਮਾਲਕ ਦੀ। ਤੇ ਕਬੀਰ ਸਾਹਿਬਾਨ ਨੂੰ ਦੁਨੀਆ ਦੇ ਲੋਕ ਕਹਿਣ ਲੱਗੇ, ਕਬੀਰ ਤਾਂ ਗੀਤ ਗਾਈ ਜਾ ਰਿਹਾ। ਇਹ ਗੀਤ ਐਸੀ ਬਖਸ਼ਿਸ਼ ਕੀਤੀ, ਨਾਨਕ ਨੂੰ ਨਾਮ ਦਾ ਦਾਨ ਦੇਣਾ ਕੀਤਾ। ਸਿੱਖੀ ਇਸ ਤਰ੍ਹਾਂ ਕਰ